ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਰੈਪਿਡ ਐਕਸ਼ਨ ਫੋਰਸ ਦੀ 31ਵੀਂ ਵਰ੍ਹੇਗੰਢ ਨੂੰ ਕੀਤਾ ਸੰਬੋਧਨ। ਰਾਸ਼ਟਰ ਵਿਰੋਧੀ ਤਾਕਤਾਂ ਨੂੰ ਕੰਟਰੋਲ ਕਰਨ ਵਿੱਚ ਸਫਲਤਾ ਹਾਸਲ ਕਰਨ ਲਈ RAF ਦੀ ਕੀਤੀ ਸ਼ਲਾਘਾ। ਹਰਿਆਣਾ ਦੇ ਮੁੱਖ ਮੰਤਰੀ ਨੇ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ 14 ਜ਼ਿਲ੍ਹਿਆਂ ਦੀਆਂ 303 ਕਲੋਨੀਆਂ ਨੂੰ ਤੁਰੰਤ ਪ੍ਰਭਾਵ ਨਾਲ ਨਿਯਮਿਤ ਕਰਨ ਦਾ ਕੀਤਾ ਐਲਾਨ। ਅਤੇ ਏਸ਼ੀਆਈ ਖੇਡਾਂ 'ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ। ਭਾਰਤ ਨੇ 100 ਮੈਡਲ ਜਿੱਤਣ ਦਾ ਟੀਚਾ ਕੀਤਾ ਹਾਸਲ। ਨਮਸਕਾਰ, ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਚੰਦਨ ਸ਼ਰਮਾ ਤੇ ਹੁਣ ਖਬਰਾਂ ਵਿਸਤਾਰ ਨਾਲ। ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਅੱਜ ਨਵੀਂ ਦਿੱਲੀ ਦੇ ਸ਼ੌਰਿਆ CRPF ਆਫੀਸਰਸ ਇੰਸਟੀਚਿਊਟ ਵਿੱਚ ਰੈਪਿਡ ਐਕਸ਼ਨ ਫੋਰਸ ਦੀ 31ਵੀਂ ਵਰ੍ਹੇਗੰਢ ਨੂੰ ਸੰਬੋਧਨ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ RAF ਦੀ ਘੱਟ ਬਲ ਵਰਤੋਂ ਕਰਨੀ ਉਹਨਾਂ ਦੀ ਕੁਸ਼ਲਤਾ ਅਤੇ ਸਬਰ ਦਾ ਪ੍ਰਤੀਕ ਹੈ। आपका कम बल प्रयोग करना यह साबित करता है कि आप में धैर्य और कुशलता की इतनी क्षमता है कि आपको कम से कम बल प्रयोग करना पड़ा है। ਉਹਨਾਂ ਕਿਹਾ ਕਿ ਰੈਪਿਡ ਐਕਸ਼ਨ ਫੋਰਸ ਵਿੱਚ ਕਾਨੂੰਨ ਵਿਵਸਥਾ ਕਾਇਮ ਕਰਨ ਦੀ ਅਦਭੁਤ ਸਮਰੱਥਾ ਹੈ। ਉਹਨਾਂ ਕਿਹਾ ਕਿ ਗ੍ਰਹਿ ਮੰਤਰਾਲੇ ਨੇ 2018 ਵਿੱਚ RAF ਦੀਆਂ 5 ਨਵੀਆਂ ਬਟਾਲੀਅਨਾਂ ਦੇ ਗਠਨ ਨੂੰ ਮਨਜ਼ੂਰੀ ਦਿੱਤੀ ਹੈ। RAF ने अपने नाम को चरितार्थ करते हुए बड़ी कुशलता से राष्ट्र विरोधी ताकतों को त्वरित गति से नियंत्रित करने में सफलता हासिल कर रही है। RAF की कार्य पद्धति में शांति व्यवस्था कायम करने की अद्भुत क्षमता के कारण अन्य बलों में श्रेष्ठ माना जाता है। वर्तमान परिदृश्य में RAF ने कठिन से कठिन क्षेत्रों में कानून व्यवस्था को संभाला है। यही कारण है कि गृह मंत्रालय ने 2018 में द्रुत कार्यबल की 10 बटालियनों के अतिरिक्त 5 नई बटालियनों के गठन की स्वीकृति दी है। ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਕਿਹਾ ਕਿ ਰੈਪਿਡ ਐਕਸ਼ਨ ਫੋਰਸ ਨੇ ਆਪਣੀ ਕੁਸ਼ਲਤਾ ਅਤੇ ਸਾਹਸ ਨਾਲ ਬਹੁਤ ਤੇਜ਼ੀ ਨਾਲ ਰਾਸ਼ਟਰ ਵਿਰੋਧੀ ਤਾਕਤਾਂ ਨੂੰ ਕੰਟਰੋਲ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਇਸ ਲਈ ਉਹਨਾਂ RAF ਦੀ ਸ਼ਲਾਘਾ ਵੀ ਕੀਤੀ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕੱਲ੍ਹ ਸੰਸਦੀ ਸਪੀਕਰਾਂ ਦੇ 9ਵੇਂ P20 ਸੰਮੇਲਨ ਬਾਰੇ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੰਮੇਲਨ 12 ਤੋਂ 14 ਅਕਤੂਬਰ ਤੱਕ ਚੱਲੇਗਾ ਅਤੇ ਇਸ ਵਿੱਚ G20 ਦੇਸ਼ਾਂ ਦੇ ਸੰਸਦੀ ਸਪੀਕਰ ਅਤੇ ਉਹਨਾਂ ਦੇ ਨਾਲ ਆਏ ਸੰਸਦ ਮੈਂਬਰ ਦੇ ਪ੍ਰਤੀਨਿਧि मंडल शामिल होंगे। P20 सम्मेलन के आयोजित करने का उद्देश्य वैश्विक विषयों पर समकालीन चुनौतियों और उसका समाधान लोकतांत्रिक संस्थाओं के माध्यम से संसदें अपनी अपनी संप्रभुता में इस विषयों पर चर्चा करे, सार्थक संवाद करे, नीतियां कानून बनाने में हम किस तरीके से वैश्विक चुनौतियों का समाधान कर सकते हैं। उन्होंने दस्सिया कि इस सम्मेलन का उद्देश्य ग्लोबल चुनौतियां ते उन्हां दा हल लोकतंत्रिक संस्थावां दे जरिए अते नीतियां नाल करना है। और ये दृष्टिकोण वैश्विक स्तर पर सबने माना है, इसलिए संसद के प्लेटफॉर्म पर भी इस विषय पर व्यापक चर्चा होगी। उद्घाटन सत्र का विषय हमने लोकतंत्र की शक्ति, क्योंकि मदर ऑफ डेमोक्रेसी है, लोकतंत्र हमारी ताकत है, सामर्थ्य है। दुनिया में लोकतंत्र शासन सर्वश्रेष्ठ पद्धति है, ये लोगों ने माना है। इसलिए हमारी जिम्मेदारी और हो जाती है कि हम लोकतंत्र की शक्ति पर उद्घाटन सत्र पर इसके कार्यक्रम की शुरुआत करें। ਦੱਸ ਦਈਏ ਕਿ ਇਸ P20 ਸੰਮੇਲਨ ਦਾ ਉਦਘਾਟਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਜਾਵੇਗਾ ਅਤੇ ਇਸ ਵਿੱਚ ਸਿਖਰ ਸੰਮੇਲਨ ਸਮੇਤ 4 ਉੱਚ ਪੱਧਰੀ ਸੈਸ਼ਨ ਵੀ ਕਰਵਾਏ ਜਾਣਗੇ। ਹਰਿਆਣਾ ਦੇ ਰਾਜਪਾਲ ਅਤੇ ਪੰਡਿਤ ਭਗਵਤ ਦਿਆਲ ਸ਼ਰਮਾ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਦੇ ਚਾਂਸਲਰ ਬੰਡਾਰੂ ਦੱਤਾਤਰੇਆ ਨੇ ਕੱਲ੍ਹ ਮੈਡੀਕਲ ਦੀ ਡਿਗਰੀ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਡਿਗਰੀਆਂ ਅਤੇ 19 ਮੈਡਲਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਉਹਨਾਂ ਵਿਦਿਆਰਥੀਆਂ ਨੂੰ ਸਮਾਜ ਦੀ ਸੇਵਾ ਨੂੰ ਪਹਿਲ ਦੇਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਡਿਗਰੀਆਂ ਅਤੇ ਮੈਡਲ ਹਾਸਲ ਕਰਨ ਵਾਲੇ ਵਿੱਚ ਲੜਕੀਆਂ ਦੀ ਗਿਣਤੀ ਜ਼ਿਆਦਾ ਹੈ। ਡਿਗਰੀਆਂ ਹਾਸਲ ਕਰਨ ਵਾਲੇ 792 ਗ੍ਰੈਜੂਏਟ ਵਿਦਿਆਰਥੀਆਂ ਵਿੱਚੋਂ 550 ਲੜਕੀਆਂ ਸੀ, ਜਿਨ੍ਹਾਂ ਵਿੱਚ ਮੈਡਲ ਹਾਸਲ ਕਰਨ ਵਾਲੇ 19 ਵਿਦਿਆਰਥੀਆਂ ਵਿੱਚੋਂ 10 ਲੜਕੀਆਂ ਵੀ ਸ਼ਾਮਲ ਸੀ। ਰਾਜਪਾਲ ਨੇ ਮੈਡਲ ਅਤੇ ਡਿਗਰੀਆਂ ਹਾਸਲ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਵੀ ਕੀਤੀ।
ਉਨ੍ਹਾਂ ਕਿਹਾ ਕਿ ਡਾਕਟਰਾਂ ਨੂੰ ਖੋਜ ਦੀ ਜਾਣਕਾਰੀ ਨਾਲ ਅਪਡੇਟ ਰਹਿਣਾ ਚਾਹੀਦਾ ਹੈ ਅਤੇ ਆਧੁਨਿਕ ਤਕਨੀਕ ਅਤੇ ਉਪਕਰਨਾਂ ਦੀ ਵਰਤੋਂ ਕਰਕੇ ਮਰੀਜ਼ਾਂ ਦਾ ਇਲਾਜ ਸੇਵਾ ਭਾਵਨਾ ਨਾਲ करना चाहिए है। अभी विद्यार्थी का जीवन से आप दूसरे जिम्मेदारी में ले गए। अब आपका रोल भी जो है बहुत ही बढ़ जाता है। लेकिन मैं आपसे कहना चाहता हूँ, एक बार विद्यार्थी है, आप जीवन भर विद्यार्थी रहना चाहिए। Once a student, he should be lifelong student. Learning is the life of the learning. उन्होंने दस्सिया कि प्रधानमंत्री नरेंद्र मोदी की अगवाई हेठ सरकार वालों दुनिया की सब तो वड्डी सेहत बीमा योजना आयुष्मान भारत देश विच लागू की जा रही है, जिस तहत 5 लाख रुपए प्रति साल तक की सेहत बीमा सहूलत मुहैया करवाई जा रही है। उन्होंने कहा कि सारे डॉक्टरों को अजिहियां स्कीमां नूं लागू करने में दिलचस्पी लैनी चाहिए है तां जो सारे योग व्यक्ति स्कीमां का लाभ पूरा लै सकण। हरियाणा के मुख्यमंत्री मनोहर लाल ने त्योहारी सीजन की शुरुआत तो पहले ही 14 ਜ਼ਿਲ੍ਹਿਆਂ ਵਿੱਚ 303 ਕਲੋਨੀਆਂ ਨੂੰ ਤੁਰੰਤ ਪ੍ਰਭਾਵ ਨਾਲ ਨਿਯਮਿਤ ਕਰਨ ਦਾ ਵੱਡਾ ਐਲਾਨ ਕੀਤਾ ਹੈ। ਇਸ ਨੂੰ ਹਰਿਆਣਾ ਦੇ ਸੰਸਥਾਗਤ ਸ਼ਹਿਰੀ ਵਿਕਾਸ ਦੀ ਦਿਸ਼ਾ ਵਿੱਚ ਇੱਕ ਹੋਰ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਕਲੋਨੀਆਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ 3000 ਕਰੋੜ ਰੁਪਏ ਖਰਚ ਕੀਤੇ ਜਾਣਗੇ। इन्हां विच 39 नगर पालिकावां दियां 193 कलोनियां शामिल ने ते उत्थे ही टाउन एंड कंट्री प्लानिंग विभाग दियां 110 कलोनियां भी शामिल ने। हमने 685 कॉलोनीज केवल अर्बन लोकल बॉडीज के लिए ही की थी। फिर पहली बार 17 अगस्त को हमने कॉलोनीज जो घोषणा की थी 211 उसमें नगर पालिका की थी, 238 टाउन कंट्री प्लानिंग की थी, तो 449 कॉलोनीज ही हमने उस समय घोषणा की थी। 193 कॉलोनी तो अर्बन लोकल बॉडीज की और 110 कॉलोनी टाउन कंट्री प्लानिंग की, ऐसे कुल मिलाकर के 303 कॉलोनी आज जो है इनको घोषणा में कर रहा हूं। मुख्यमंत्री ने यह भी दस्सिया कि इस फैसले नाल 10 लाख तो ज़्यादा आबादी नूं फायदा होवेगा। उन्होंने भी दस्सिया कि इन्हां विच सरकार वालों शहरी सहूलतां पैदा करन अते होर विकास कामां ते प्रति एकड़ 60 लाख रुपए खर्च किए जाणगे, जिस नाल इत्थे रहण वाले लोगों के जीवन पद्धर विच सुधार होवेगा। एक उनको राहत दी थी कि जिन लोगों ने अप्लाई किया था उनके घरों के ऊपर से गुजरी तारों को हटाने के लिए अभियान जो चलाया था, 7,849 स्थानों पर 11 केवी और 95 स्थानों पर 33 केवी लाइनों को इनको बदल करके और अल्टरनेटिव रूट से ले गए थे। 112 करोड़ रुपया उसमें खर्च आया था। अभी भी बहुत सी एप्लीकेशंस हमारे पास आई हैं जिनकी डिमांड है। मुख्यमंत्री ने कहा कि सरकार ने राज के आर्थिक तौर पर कमज़ोर वर्ग के सिर ते छत प्रदान करने के उद्देश्य नाल मुख्यमंत्री शहरी आवास योजना बनाई है। इस स्कीम तहत योग परिवारों को 1 लाख मकान जां प्लॉट दिते जाणगे। अज भाजपा के पंजाब प्रधान सुनील जाखड़ वालों चंडीगढ़ के भाजपा दफ्तर में सतलुज यमुना लिंक नहर के मुद्दे ते एक अहम प्रैस कानफ्रेंस नूं संबोधन किया। उन्होंने इस मौके सुप्रीम कोर्ट में SYL मुद्दे ते हुई सुनवाई के हवाले नाल पंजाब सरकार ते कई सवाल चुके। उन्होंने कहा कि SYL के मुद्दे ते सुप्रीम कोर्ट अंदर पंजाब की नमोशी करवाई गई है। ਝਾੜ ਆਇਆ ਖੜਾ ਉਹਦੇ ਵਿੱਚ ਅੱਜ ਸਾਰੇ ਸਾਡੇ ਕੋਰ ਕਮੇਟੀ ਦੇ ਮੈਂਬਰ ਸਾਹਿਬਾਨ ਨਾਲ ਬੈਠ ਕੇ ਵਿਚਾਰ ਵਟਾਂਦਰਾ ਹੋਇਆ। ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਉਹ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੇ ਆਮ ਆਦਮੀ ਪਾਰਟੀ ਦੇ ਆ ਪਿਛੋਕੜ, ਇਹਨਾਂ ਦੋਨਾਂ ਨੂੰ ਜੇ ਮਿਲਾ ਕੇ ਦੇਖੀਏ ਤੇ ਜੇ ਅੱਜ SYL ਮਸਲੇ ਦੇ ਅੰਦਰ ਸੁਪਰੀਮ ਕੋਰਟ ਦੇ ਅੰਦਰ ਜੋ ਪੰਜਾਬ ਦੀ ਨਮੋਸ਼ੀ ਹੋਈ ਹੈ, ਉਹ ਨਮੋਸ਼ੀ ਹੋਈ ਨਹੀਂ, ਉਹ ਕਰਵਾਈ ਗਈ ਹੈ। ਜਦੋਂ ਇਹਨਾਂ ਦਾ ਪਿਛੋਕੜ ਤੇ ਕਾਰਗੁਜ਼ਾਰੀ ਦੇਖਦੇ ਆ ਉਹਦੇ ਚੋਂ ਇੱਕ ਸਾਜ਼ਿਸ਼ ਦੀ ਬੂ ਆਉਂਦੀ ਹੈ। उन्होंने पंजाब की आम आदमी पार्टी की सरकार ते यह भी इल्ज़ाम लगाया कि आम आदमी पार्टी इस मुद्दे ते दोहरा रुख अपना रही है। पर आम आदमी पार्टी ने एक दोगली चाल चल के ना सिर्फ पंजाब दे नाल धोखा कीता, पंजाब दी पिठ 'ਚ छुरा मारिया, जिहदे करके अज आ नमोशी पंजाब नूं देखनी पै रही है। एक सोची समझी साजिश, बार बार इन्हां दा चेहरा बेनकाब होया है। सुनील जाखड़ ने इस मौके बीते 1.5 साल दौरान पंजाब विच लॉ एंड ऑर्डर की स्थिति के विगड़न की चर्चा करदਿਆਂ कहा कि कोई भी व्यक्ति अपने आप को सुरक्षित महसूस नहीं कर रहा। पंजाब के मुख्यमंत्री भगवंत मान ने कल सूबे के सारे जिलों के डिप्टी कमिश्नर नाल पंजाब भवन चंडीगढ़ में एक बैठक की है। इस मौके मुख्यमंत्री ने सारे डिप्टी कमिश्नरां नूं आपो अपने जिलों दी मंडियां विच झोने की निर्विघन खरीद करन अते फसल की तुरंत लिफ्टिंग नूं यकीनी बनाउण दे आदेश जारी किए। मुख्यमंत्री ने स्पष्ट किया है कि इस विच किसी भी तरह की ढिल मੱਥ बर्दाश्त नहीं की जाएगी।
ਉਹਨਾਂ ਇਹ ਵੀ ਕਿਹਾ ਕਿ ਕਿਸਾਨਾਂ ਦੀ ਫਸਲ ਨੂੰ ਛੇਤੀ ਤੋਂ ਛੇਤੀ ਖਰੀਦਿਆ ਜਾਵੇ ਅਤੇ ਉਹਨਾਂ ਦੀ ਸਹੂਲਤ ਲਈ ਇਸ ਦੀ ਲਿਫਟਿੰਗ ਵੀ ਤੁਰੰਤ ਕਰਵਾਈ ਜਾਵੇ। ਉਹਨਾਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਜ਼ਮੀਨੀ ਪੱਧਰ ਤੇ ਸਮੁੱਚੇ ਕਾਰਜਾਂ ਦਾ ਜਾਇਜ਼ਾ ਲੈਣ ਲਈ ਰੋਜ਼ਾਨਾ 7-8 ਮੰਡੀਆਂ ਦਾ ਦੌਰਾ ਲਗਾਤਾਰ ਕਰਨ ਅਤੇ ਜ਼ਿਲ੍ਹੇ ਵਿੱਚ ਪੈਂਦੀਆਂ ਅਨਾਜ ਮੰਡੀਆਂ ਦੀ ਨਿਗਰਾਨੀ ਦੀ ਰੋਜ਼ਾਨਾ ਰਿਪੋਰਟ ਪੇਸ਼ ਕਰਨ ਲਈ ਵੀ ਕਿਹਾ। ਪੰਜਾਬ ਦੇ ਪ੍ਰਸ਼ਾਸਨਿਕ ਸੁਧਾਰ ਅਤੇ ਜਨ ਸ਼ਿਕਾਇਤ ਮੰਤਰੀ ਅਮਨ ਅਰੋੜਾ ਨੇ ਕੱਲ੍ਹ ਚੰਡੀਗੜ੍ਹ ਵਿੱਚ ਇੰਸਟੀਚਿਊਟ ਆਫ ਪਬਲਿਕ ਪਾਲਿਸੀ ਤੇ ਇੰਡੀਅਨ ਸਕੂਲ ਆਫ ਪਬਲਿਕ ਪਾਲਿਸੀ ਅਤੇ ਇੰਡੀਅਨ ਸਕੂਲ ਆਫ ਬਿਜ਼ਨਸ ਦੀ ਟੀਮ ਨਾਲ ਵਿਚਾਰ ਵਟਾਂਦਰਾ ਕੀਤਾ ਹੈ। ਉਹਨਾਂ ਜਾਣਕਾਰੀ ਦਿੱਤੀ ਕਿ ਸੂਬੇ ਦੀਆਂ ਪ੍ਰਸ਼ਾਸਨਿਕ ਅਤੇ ਜਨਤਕ ਸੇਵਾਵਾਂ ਪ੍ਰਣਾਲੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਸਰਕਾਰ ਵਚਨਬੱਧ ਹੈ। ਉਹਨਾਂ ਦੱਸਿਆ ਕਿ ਸਰਕਾਰ ਤੇ ਅਕਾਦਮਿਕ ਭਾਈਵਾਲਾਂ ਦਰਮਿਆਨ ਸਹਿਯੋਗ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਇਹ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਭਰ ਵਿੱਚ ਜਨਤਕ ਸੇਵਾਵਾਂ ਪ੍ਰਦਾਨ ਕਰਨ ਦੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਅਤੇ ਡਿਜੀਟਲ ਤਬਦੀਲੀ ਲਿਆਉਣ ਵਾਸਤੇ ਵਚਨਬੱਧ ਹੈ। ਉਹਨਾਂ ਜਾਣਕਾਰੀ ਦਿੱਤੀ ਕਿ ਮੀਟਿੰਗ ਦੌਰਾਨ ਪ੍ਰਭਾਵਸ਼ਾਲੀ ਢੰਗ ਨਾਲ ਜਨਤਕ ਸੇਵਾਵਾਂ ਪ੍ਰਦਾਨ ਕਰਨ ਅਤੇ ਸੁਚੱਜੇ ਪ੍ਰਸ਼ਾਸਨ ਲਈ ਚੁੱਕੇ ਕਦਮਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਚੰਡੀਗੜ੍ਹ ਦੇ ਪ੍ਰਸ਼ਾਸਕ ਤੇ ਸਲਾਹਕਾਰ ਧਰਮਪਾਲ ਵੱਲੋਂ ਕੱਲ੍ਹ ਖੇਤਰੀ ਆਵਾਜਾਈ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕਦਿਆਂ ਇੱਕ ਅਹਿਮ ਮੀਟਿੰਗ ਬੁਲਾਈ ਗਈ। ਇਸ ਵਿੱਚ ਰੇਲ ਇੰਡੀਅਨ ਟੈਕਨੀਕਲ ਐਂਡ ਇਕੋਨੋਮਿਕ ਸਰਵਿਸਿਜ਼ ਵੱਲੋਂ ਟ੍ਰਾਈ-ਸਿਟੀ ਲਈ ARR ਅਤੇ DPR ਦੀ ਤਿਆਰੀ ਲਈ ਸ਼ੁਰੂਆਤੀ ਰਿਪੋਰਟ ਦੀ ਪੇਸ਼ਕਾਰੀ ਨੂੰ ਦੇਖਣ ਲਈ ਹਰਿਆਣਾ ਅਤੇ ਪੰਜਾਬ ਦੇ ਪ੍ਰਮੁੱਖ ਸਟੇਕ ਹੋਲਡਰਾਂ ਨੂੰ ਇਕੱਠੇ ਕੀਤਾ। ਇਸ ਮੀਟਿੰਗ ਵਿੱਚ ਕਮੇਟੀ ਨੇ ਸ਼ੁਰੂਆਤੀ ਰਿਪੋਰਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਰਿਪੋਰਟ ਵਿੱਚ ਕੀਮਤੀ ਸੁਝਾਵਾਂ ਨੂੰ ਸੋਚ ਸਮਝ ਕੇ ਸੰਸ਼ੋਧਿਤ ਰਿਪੋਰਟ ਵਿੱਚ ਸ਼ਾਮਿਲ ਕਰਨ ਤੋਂ ਬਾਅਦ ਜਾਂਚ ਕਰਕੇ ਆਖਰ ਵਿੱਚ ਪ੍ਰਸ਼ਾਸਕ ਦੀ ਪ੍ਰਧਾਨਗੀ ਹੇਠ ਯੂਨੀਫਾਈਡ ਮੈਟਰੋਪੋਲੀਟਨ ਟਰਾਂਸਪੋਰਟ ਅਥਾਰਟੀ ਦੀ ਪ੍ਰਵਾਨਗੀ ਲਈ ਪੇਸ਼ ਕੀਤਾ ਜਾਵੇਗਾ। ਇਸ ਸੰਬੰਧ ਵਿੱਚ ਰੇਲ ਇੰਡੀਆ ਟੈਕਨੀਕਲ ਐਂਡ ਇਕੋਨੋਮਿਕ ਸਰਵਿਸਿਜ਼ ਦਸੰਬਰ 2023 ਤੱਕ ਡਰਾਫਟ ARR ਜਮ੍ਹਾਂ ਕਰੇਗਾ। ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨ ਚੰਡੀਗੜ੍ਹ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਸ਼ਹਿਰ ਦੇ ਅੰਦਰ ਘੱਟ ਨਿਕਾਸੀ ਖੇਤਰਾਂ ਦੇ ਮਹੱਤਵਪੂਰਨ ਵਿਸ਼ੇ ਤੇ ਕੇਂਦਰਿਤ ਇੱਕ ਵਰਕਸ਼ਾਪ ਦੀ ਮੇਜ਼ਬਾਨੀ ਰੱਖੀ। ਜਿੱਥੇ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਦੀ ਪਹੁੰਚ ਤੇ ਪਾਬੰਦੀ ਹੈ, ਉੱਥੇ ਘੱਟ ਨਿਕਾਸੀ ਖੇਤਰ ਹਵਾ ਦੀ ਗੁਣਵੱਤਾ ਨੂੰ ਵਧਾਉਣ ਲਈ ਇੱਕ ਮੁੱਖ ਰਣਨੀਤੀ ਹੈ। ਇਸ ਇਵੈਂਟ ਨੂੰ UK ਪੈਕਟ ਸਕਿੱਲ ਸ਼ੇਅਰ ਪ੍ਰੋਗਰਾਮ ਤੋਂ ਵੀ ਸਮਰਥਨ ਮਿਲਿਆ। UK ਆਧਾਰਿਤ ਮੋਹਰੀ ਸੰਸਥਾ ਸੈਨੈਕਸ ਦੀ ਅਗਵਾਈ ਵਿੱਚ ਇਹ ਪ੍ਰੋਗਰਾਮ ਸਾਡੇ ਸ਼ਹਿਰ ਦੀਆਂ ਵਿਲੱਖਣ ਲੋੜਾਂ ਅਤੇ ਮੌਜੂਦਾ ਸਥਿਤੀ ਦਾ ਵਿਆਪਕ ਮੁਲਾਂਕਣ ਕਰੇਗਾ। ਇਸ ਤੋਂ ਬਾਅਦ ਸ਼ਹਿਰ ਦੇ ਅਧਿਕਾਰੀਆਂ ਅਤੇ ਸੈਨੈਕਸ ਦੇ ਮਾਹਰਾਂ ਵਿਚਕਾਰ ਸਹਿਯੋਗ ਦੀ ਸਹੂਲਤ ਦੇਵੇਗਾ। ਇਸ ਦਾ ਅੰਤਮ ਟੀਚਾ ਭਾਰਤੀ ਸ਼ਹਿਰਾਂ ਵਿੱਚ ਘੱਟ ਨਿਕਾਸੀ ਖੇਤਰ ਲਾਗੂ ਕਰਨ ਲਈ ਇੱਕ ਵਿਹਾਰਕ ਸਵੈ ਸਹਾਇਤਾ ਟੂਲ ਕਿਟ ਦਾ ਸਹਿ ਨਿਰਮਾਣ ਕਰਨਾ ਹੈ। ਚੀਨ ਦੇ ਹਾਂਗਜ਼ੂ 'ਚ ਚੱਲ ਰਹੀਆਂ ਏਸ਼ੀਆਈ ਖੇਡਾਂ 'ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਭਾਰਤ ਨੇ ਸ਼ਾਨਦਾਰ ਤਰੀਕੇ ਨਾਲ ਏਸ਼ੀਆਈ ਖੇਡਾਂ ਵਿੱਚ 100 ਮੈਡਲ ਜਿੱਤਣ ਦਾ ਟੀਚਾ ਹਾਸਲ ਕਰ ਲਿਆ ਹੈ। ਭਾਰਤ 25 ਸੋਨੇ, 35 ਚਾਂਦੀ ਅਤੇ 40 ਕਾਂਸੇ ਸਮੇਤ ਕੁੱਲ 100 ਤਗਮੇ ਜਿੱਤ ਕੇ ਚੌਥੇ ਸਥਾਨ ਤੇ ਹੈ। ਏਸ਼ੀਆਈ ਖੇਡਾਂ ਵਿੱਚ ਭਾਰਤ ਦਾ ਇਹ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਭਾਰਤੀ ਐਥਲੀਟ ਜੋਤੀ ਸੁਰੇਖਾ ਵੈਨਮ ਨੇ ਏਸ਼ੀਆਈ ਖੇਡਾਂ ਦਾ ਰਿਕਾਰਡ ਬਣਾਉਂਦੇ ਹੋਏ ਮਹਿਲਾ ਕੰਪਾਊਂਡ ਤੀਰਅੰਦਾਜ਼ੀ ਵਿੱਚ ਸੋਨੇ ਦਾ ਤਗਮਾ ਜਿੱਤਿਆ ਹੈ। ਉਸਨੇ ਫਾਈਨਲ ਮੈਚ ਵਿੱਚ ਦੱਖਣੀ ਕੋਰੀਆ ਦੀ 100C ਨੂੰ 149-145 ਦੇ ਫਰਕ ਨਾਲ ਹਰਾਇਆ। ਇਸ ਤੋਂ ਬਾਅਦ ਤੀਰਅੰਦਾਜ਼ੀ ਵਿੱਚ ਮਰਦਾਂ ਦੇ ਕੰਪਾਊਂਡ ਦੇ ਫਾਈਨਲ ਮੁਕਾਬਲੇ ਵਿੱਚ ਅਭਿਸ਼ੇਕ ਵਰਮਾ ਨੇ ਸੋਨ ਤਗਮਾ ਹਾਸਲ ਕੀਤਾ ਹੈ। ਭਾਰਤ ਨੇ ਕੰਪਾਊਂਡ ਤੀਰਅੰਦਾਜ਼ੀ ਦੇ ਸਾਰੇ ਮੁਕਾਬਲਿਆਂ ਵਿੱਚ ਜਿੱਤ ਹਾਸਲ ਕੀਤੀ ਹੈ। गोल्ड मेडल का एक अचीवमेंट किया है, जो इसमें बहुत बड़ी बात है। 5 हमारे इवेंट्स होते हैं और उसमें भी हमने गोल्ड मेडल लिया है, तो बहुत अच्छा लग रहा है। इंडिया के लिए भी बहुत प्राउड फीलिंग है। गवर्नमेंट हैव गिवन अस बिग प्लेटफॉर्म्स लाइक खेलो इंडिया एंड ऑल थिंग्स। उसके वजह से हमारे पास एक एक्सपीरियंस आता है और नए यूथ मिल रहे हैं इंडिया को। ਕੰਪਾਊਂਡ ਤੀਰਅੰਦਾਜ਼ੀ ਵਿੱਚ ਹੀ ਅਦਿਤੀ ਸਵਾਮੀ ਨੇ ਸਿੰਗਲਜ਼ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਅਦਿਤੀ ਨੇ ਇੰਡੋਨੇਸ਼ੀਆ ਦੀ ਰਤੀਹ ਫਾਦਲੀ ਨੂੰ 146-140 ਦੇ ਫਰਕ ਨਾਲ ਹਰਾਇਆ। ਜੇਕਰ ਖੇਡਾਂ ਦੇ 14ਵੇਂ ਦਿਨ ਹੋਣ ਵਾਲੇ ਖੇਡ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਮਹਿਲਾ ਕਬੱਡੀ ਦੇ ਫਾਈਨਲ ਵਿੱਚ ਭਾਰਤ ਦਾ ਸਾਹਮਣਾ ਚੀਨੀ ਤਾਈਪੇ ਨਾਲ ਹੈ। ਕੁਸ਼ਤੀ ਦੇ ਮੈਚ ਵੀ ਸ਼ੁਰੂ ਹੋ ਗਏ ਨੇ। ਮਰਦਾਂ ਦੇ ਫ੍ਰੀ ਸਟਾਈਲ ਦੇ 74 ਕਿਲੋ ਭਾਰ ਵਰਗ ਵਿੱਚ ਯਸ਼, 86 ਕਿਲੋ ਭਾਰ ਵਰਗ ਵਿੱਚ ਦੀਪਕ ਪੁਨੀਆ, 97 ਕਿਲੋ ਵਿੱਚ ਵਿੱਕੀ ਅਤੇ 125 ਕਿਲੋ ਭਾਰ ਵਰਗ ਵਿੱਚ ਸੁਮਿਤ ਰਿੰਗ ਵਿੱਚ ਪ੍ਰਵੇਸ਼ ਕਰ ਰਹੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਸ਼ੀਆਈ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਦੇ ਉੱਘੇ ਪ੍ਰਦਰਸ਼ਨ ਤੇ ਵਧਾਈ ਦਿੱਤੀ ਹੈ। ਤੇ ਹੁਣ ਖਬਰਾਂ ਫਟਾਫਟ। ਰਾਸ਼ਟਰਪਤੀ ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ਰੁਕਾਵਟਾਂ ਸਹਿਣ ਵਿੱਚ ਸਮਰੱਥ ਖੇਤੀ ਭੋਜਨ ਪ੍ਰਣਾਲੀਆਂ ਤੇ ਅੰਤਰਰਾਸ਼ਟਰੀ ਖੋਜ ਕਾਨਫਰੰਸ ਦਾ ਕਰਨਗੇ ਉਦਘਾਟਨ।
ਪ੍ਰਧਾਨ ਮੰਤਰੀ 13 ਅਕਤੂਬਰ ਨੂੰ ਨਵੀਂ ਦਿੱਲੀ ਵਿੱਚ 9ਵੇਂ G20 ਸੰਸਦੀ ਅਧਿਕਸ਼ ਸੰਮੇਲਨ G20 ਦਾ ਕਰਨਗੇ ਉਦਘਾਟਨ। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਨੇ UAE ਦੇ ਆਪਣੇ ਦੌਰੇ ਦੌਰਾਨ ਉੱਘੇ ਵਪਾਰਕ ਨੇਤਾਵਾਂ ਨਾਲ ਕੀਤੀ ਗੱਲਬਾਤ। ਕੇਂਦਰੀ ਸੜਕ ਅਤੇ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਬੱਸ ਫਰੇਮਾਂ ਦੇ ਨਿਰਮਾਣ ਲਈ ਮਾਪਦੰਡਾਂ ਨੂੰ ਦੇ ਦਿੱਤੀ ਹੈ ਮਨਜ਼ੂਰੀ। ਅਤੇ ਤੁਸੀਂ ਸਾਡੇ ਸਮਾਚਾਰ YouTube ਚੈਨਲ DD ਨਿਊਜ਼ ਚੰਡੀਗੜ੍ਹ, Facebook DD ਨਿਊਜ਼ ਚੰਡੀਗੜ੍ਹ ਅਤੇ ਟਵਿੱਟਰ ਹੈਂਡਲ DD ਨਿਊਜ਼ CHD ਤੇ ਵੀ ਦੇਖ ਸਕਦੇ ਹੋ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਆਗਿਆ ਦਿਓ। ਨਮਸਕਾਰ।